ਜਿੱਥੇ ਕੋਈ ਵੀ ਇਨਸਾਨ ਆਪਣੇ ਆਪ ਨੂੰ ਦੱਬਿਆ ਨਾ ਫੀਲ ਕਰੇ, ਜਿੱਥੇ ਜਾਤ ਪਾਤ ਤੋਂ ਉੱਪਰ ਉੱਠ ਕੇ ਲੋਕ ਗੱਲ ਕਰਨ। ਧਰਮਾਂ ਦੇ ਵਿੱਚ ਜੇ ਧਰਮ ਹੈ ਹੀ ਅਲੱਗ-ਅਲੱਗ ਧਰਮ ਵੀ ਹੋਣ, ਉਹਨਾਂ 'ਚ ਪਿਆਰ ਹੋਵੇ। ਔਰ ਜੇ ਮੈਂ ਕੈਂਸਰ ਦੀ ਅੱਜ ਗੱਲ ਕਰਦਾ, ਦਵਾਈ ਦੀ ਗੱਲ ਕਰਦਾ, ਇਹ ਦਵਾਈ ਦੀ ਗੱਲ ਮੈਂ ਨਹੀਂ ਕਰ ਰਿਹਾ, ਸਾਡੇ ਗੁਰੂ ਸਾਹਿਬ ਨੇ ਕੀਤੀ ਸੀ। ਉਹ ਗੱਲਾਂ ਉਹ ਕਰ ਗਏ ਆ, ਉਹਨਾਂ ਨੇ ਦੱਸ ਦਿੱਤਾ ਸਾਨੂੰ ਕਿ ਖਾਲਸਾ ਰਾਜ ਜੇ ਹੋਣਾ ਤੇ ਕੀ ਹੋਣਾ। ਉਹਦੇ ਵਿੱਚ ਨਫ਼ਰਤ ਨਹੀਂ ਹੋ ਸਕਦੀ। ਉਹ 'ਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਜੀ ਖਾਲਸਾ ਤੇ ਮੈਂ ਤੁਹਾਡੇ ਤੋਂ ਸ਼ਾਇਦ ਬੈਟਰ ਆ, ਮੇਰੇ 'ਚ ਕੋਈ ਐਸੇ ਗੁਣ ਆ ਜਿਹਦੇ 'ਚ ਤੁਹਾਡੇ 'ਚ ਨਹੀਂ ਹੈਗੇ। ਅਤੇ ਇਨਸਾਨੀਅਤ ਦੇ ਨਾਮ ਤੇ ਜੇ ਰਾਜ ਖਾਲਸਾ ਰਾਜ ਹੋਣਾ ਤੇ ਉਹ ਇਨਸਾਨੀਅਤ ਦੇ ਨਾਮ ਤੇ ਹੋਣਾ। ਸੋ ਸਾਨੂੰ ਸਮਝਣਾ ਚਾਹੀਦਾ ਕਿ ਕਿਤੇ ਸਾਡੇ 'ਚੋਂ ਐਸੀ ਬੋਣ ਆ ਜੇ ਜਿਸ 'ਚ ਨਫ਼ਰਤ ਅਸੀਂ ਫੈਲਾਈਏ। ਔਰ ਜਿਹੜੇ ਲੋਕ ਸਾਡਾ ਨਾਮ ਲੈ ਕੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੇ, ਉਹਨਾਂ ਨੂੰ ਦਬਾਉਣਾ ਬਹੁਤ ਜ਼ਰੂਰੀ ਹੈ। ਜਿਹੜੇ ਲੋਕ ਇਹ ਕਹਿੰਦੇ ਕਿ ਅਸੀਂ ਸ਼ਾਇਦ ਕਿ ਦੂਜਿਆਂ ਤੋਂ ਬੈਟਰ ਆ, ਮੈਨੂੰ ਲੱਗਦਾ ਉਹਨਾਂ ਲੋਕਾਂ ਨੂੰ ਦਬਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਕਹਿਣਾ ਬਹੁਤ ਜ਼ਰੂਰੀ ਹੈ ਕਿ ਖਾਲਸੇ ਦੇ ਨਾਮ ਥੱਲੇ ਤੁਸੀਂ ਸਾਨੂੰ ਏਦਾਂ ਨਹੀਂ ਕਰ ਸਕਦੇ। ਬਾਕੀ ਜੇ ਗੱਲਾਂ ਹੀ ਕਰਨ ਲੱਗੀਏ ਤੇ ਗੱਲਾਂ ਦਾ ਤੇ ਐਂਡ ਹੀ ਕੋਈ ਨਹੀਂ। ਜੇ ਗੱਲਾਂ ਨਾਲ ਹੀ ਲੜਾਈਆਂ ਜਿੱਤੀਆਂ ਜਾਂਦੀਆਂ, ਜੇ ਗੱਲਾਂ ਦੇ ਨਾਲ ਹੀ ਖਾਲਸੇ ਦਾ ਰਾਜ ਆਉਣਾ ਹੁੰਦਾ ਤੇ ਮੈਨੂੰ ਲੱਗਦਾ ਪੰਜਾਬ ਦੇ ਸਿਆਸਤਦਾਨ ਹੁਣ ਤੱਕ ਚੰਦ ਵੀ ਦੇਖੇ ਜਾਂਦੇ। ਗੱਲ ਗੱਲਾਂ ਦੀ ਨਹੀਂ ਆ, ਗੱਲਾਂ ਕਰ ਕਰਕੇ ਤੁਸੀਂ ਕੁਝ ਨਹੀਂ ਕਰ ਸਕਦੇ। ਠੀਕ ਹੈ, ਗੱਲਾਂ ਇੱਕ ਸ਼ੁਰੂਆਤ ਆ, ਗੱਲਾਂ ਨਾਲ ਅਸੀਂ ਇੱਕ ਦੂਜੇ ਨੂੰ ਜਗਾ ਸਕਦੇ ਆ, ਪਰ ਪ੍ਰੈਕਟੀਕਲ ਕਰਨਾ ਬਹੁਤ ਜ਼ਰੂਰੀ ਆ। ਪ੍ਰੈਕਟੀਕਲ ਵਿੱਚ ਲੜਨਾ ਬਹੁਤ ਜ਼ਰੂਰੀ ਆ। ਅੱਧੀ ਰਾਤ ਜਾਗ ਕੇ ਪੜ੍ਹਨਾ ਬਹੁਤ ਜ਼ਰੂਰੀ ਆ। ਜੇ ਤੁਸੀਂ ਡਾਕਟਰ ਬਣਨਾ, ਜੇ ਤੁਸੀਂ ਰਿਸਰਚ ਸਾਇੰਟਿਸਟ ਬਣਨਾ, ਜੇ ਤੁਸੀਂ ਦੁਨੀਆ ਦਾ ਕੋਈ ਤਕੜਾ ਇੰਜੀਨੀਅਰ ਬਣਨਾ, ਕੋਈ ਅਗਲਾ ਉਹ ਹੈਲੀਕਾਪਟਰ ਜਾਂ ਉਹ 에ਅਰਕ੍ਰਾਫਟ ਤਿਆਰ ਕਰਨਾ, ਵੀ ਕਿਤੇ ਵੀ ਲੜਾਈ ਹੋਵੇ, ਕਿਤੇ ਵੀ ਭੁੱਖਮਾਰੀ ਹੋਵੇ, ਉਹ 1 ਘੰਟੇ ਵਿੱਚ ਉਹ ਹਵਾਈ ਜਹਾਜ਼ ਜਾ ਕੇ ਤੇ ਉੱਥੇ ਦਵਾਈ ਸੁੱਟ ਸਕਦਾ, ਉੱਥੇ ਜਾ ਕੇ ਪਾਣੀ ਸੁੱਟ ਸਕਦਾ। ਜੇ ਤੁਸੀਂ ਉਹ ਕੁਝ ਕਰਨਾ ਤਾਂ ਤੁਹਾਨੂੰ ਮਿਹਨਤ ਕਰਨੀ ਪਊਗੀ। ਗੱਲਾਂ ਦੇ ਨਾਲ ਨਹੀਂ ਤੁਸੀਂ ਕਰ ਸਕਦੇ। ਗੱਲਾਂ ਦੇ ਨਾਲ ਤੇ ਕਹਿੰਦਾ ਮੈਂ ਕਰਦਾ, ਜੇ ਗੱਲਾਂ ਕਰਕੇ ਸਭ ਕੁਝ ਹੁੰਦਾ ਤੇ ਫਿਰ ਪੰਜਾਬ ਦੇ ਸਿਆਸਤਦਾਨ ਹੁਣ ਤੱਕ ਚੰਦ ਜਿੱਤ ਜਾਂਦੇ। ਸੋ ਆਈ ਥਿੰਕ ਸਿੱਖਾਂ ਨੂੰ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਆ ਕਿ ਹਾਂ, ਕੋਈ ਇਨਸਾਨ ਗੱਲਾਂ ਕਰ ਰਿਹਾ, ਗੱਲਾਂ ਕਰਨੀਆਂ ਬਹੁਤ ਸੌਖੀਆਂ, ਪਰ ਸਾਨੂੰ ਵੇਖਣਾ ਪੈਣਾ ਕਿ ਉਹਨਾਂ ਦਾ ਪ੍ਰੈਕਟੀਕਲ ਕੀ ਆ। ਕਿ ਉਹ ਗੱਲਾਂ ਦੇ ਨਾਲ ਕੁਝ ਹੈਗਾ ਵੀ ਆ, ਵਿੱਚ ਸਬਸਟੈਂਸ ਕੋਈ ਪ੍ਰੈਕਟੀਕਲ ਵੀ ਹੈਗਾ, ਕਿ ਬਸ ਗੱਲਾਂ ਹੀ ਕਰਨੀਆਂ ਆਉਂਦੀਆਂ। ਹਾਂ ਬਈ ਉਹ ਬੰਦਾ ਗੱਲਾਂ ਬਹੁਤ ਸੋਹਣੀਆਂ ਕਰਦਾ ਤੇ ਉਹ ਸਾਡਾ ਹੀਰੋ ਹੋ ਗਿਆ। ਜੇ ਗੱਲਾਂ ਨਾਲ ਹੀ ਅਸੀਂ ਹੀਰੋ ਬਣਾਉਣ ਲੱਗ ਪਏ ਤੇ ਫਿਰ ਬਹੁਤ ਔਖਾ ਹੋ ਜਾਊਗਾ। ਸੋ ਲੋਕਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ। ਆਪਣੇ ਹੀਰੋ ਜਿਹੜੇ ਆਪਾਂ ਕਹਿੰਦੇ ਕਿ ਸਾਡੇ ਹੀਰੋ ਆ, ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ। ਜੇ ਨਹੀਂ ਸਮਝੋਗੇ ਤੇ ਤੁਸੀਂ ਇਹ ਸੋਚ ਲਿਓ ਕਿ ਤੁਹਾਡੇ ਬੱਚੇ ਵੀ ਉਹੀ ਰਾਹਾਂ ਤੇ ਜਾਣਗੇ। ਜੇ ਤੁਸੀਂ ਆਪਣੇ ਕੌਮ ਦੇ ਹੀਰੋ ਐਸੇ ਲੋਕ ਬਣਾ ਲੈਣਗੇ ਕਿ ਜਿਹੜੇ ਬਸ ਗੱਲਾਂ ਹੀ ਕਰਨੀਆਂ ਜਾਣਦੇ ਆ, ਤੇ ਫਿਰ ਇਹ ਗੱਲ ਯਾਦ ਰੱਖਿਓ ਕਿ ਤੁਹਾਡੇ ਬੱਚੇ ਵੀ ਉਹੀ ਰਾਹਾਂ ਤੇ ਜਾਣਗੇ, ਕਿਉਂਕਿ ਹੀਰੋ ਨੂੰ ਹੀ ਫੋਲੋ ਕਰਨਾ। ਜੇ ਤੁਸੀਂ ਕਹਿ ਦਿੱਤਾ ਕਿ ਹਾਂ ਬਈ ਆਹ ਸਾਡਾ ਹੀਰੋ ਆ, ਹਰੀ ਸਿੰਘ ਨਲੂਆ ਸਾਡਾ ਹੀਰੋ ਆ, ਤੇ ਫਿਰ ਯਾਦ ਰੱਖਿਓ ਤੁਹਾਡੇ ਬੱਚੇ ਵੀ ਹਰੀ ਸਿੰਘ ਨਲੂਆ ਹੀ ਬਣਨਗੇ। ਜੇ ਅਸੀਂ ਕਹਿ ਦਿੱਤਾ ਕਿ ਸਾਡੇ 4 ਸਾਹਿਬਜ਼ਾਦੇ ਸਾਡੇ ਹੀਰੋ ਆ, ਤੇ ਫਿਰ ਯਾਦ ਰੱਖਿਓ ਤੁਹਾਡੇ ਬੱਚੇ ਵੀ ਉਹਨਾਂ ਹੀ ਰਾਹਾਂ ਤੇ ਤੁਰਨਗੇ। ਸੋ ਜਿਨ੍ਹਾਂ ਨੂੰ ਤੁਸੀਂ ਹੀਰੋ ਬਣਾਉਂਦੇ ਹੋ, ਇੱਕ ਵਾਰੀ ਸੋਚ ਲਿਆ ਕਰੋ ਕਿ ਇਹ ਤੁਹਾਡੇ ਹੀਰੋ ਬਣਨ ਦੇ ਲਾਇਕ ਹੈ। ਜਿਨ੍ਹਾਂ ਨੂੰ ਤੁਸੀਂ ਸ਼ਹੀਦਾਂ ਦਾ ਦਰਜਾ ਦਿੰਦੇ ਹੋ, ਯਾਦ ਰੱਖਿਓ ਕਿ ਤੁਸੀਂ ਉਹਨਾਂ ਦੀਆਂ ਤਸਵੀਰਾਂ, ਹਰੀ ਸਿੰਘ ਨਲੂਆ, ਬੰਦਾ ਸਿੰਘ ਬਹਾਦਰ, ਯਾਦ ਕਰੋ ਬੰਦਾ ਸਿੰਘ ਬਹਾਦਰ 4 ਸਾਲ ਦੇ ਬੱਚੇ ਸੀ ਉਹਨਾਂ ਦੇ। ਅਜੈ ਸਿੰਘ ਉਹਨਾਂ ਦਾ ਨਾਮ ਸੀ, ਕਲੇਜਾ ਕੱਢ ਕੇ ਉਹਨਾਂ ਦੇ ਮੂੰਹ 'ਚ ਪਾ ਦਿੱਤਾ ਤੇ ਸਿੱਖੀ ਨਹੀਂ ਛੱਡੀ। ਕਿ ਤੁਹਾਡੇ ਜਿਹੜੇ ਹੀਰੋ ਆ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਨਾਲ ਲੱਗ ਸਕਦੀਆਂ ਕਿ ਨਹੀਂ? ਤੇ ਜੇ ਤੁਸੀਂ ਜਾਣ ਕੇ ਫੋਟੋਆਂ ਲਾ ਰਹੇ ਹੋ, ਇਹਦਾ ਮਤਲਬ ਤੁਹਾਡੇ 'ਚ ਕੋਈ ਕਮੀ ਹੈ, ਤੁਸੀਂ ਕੁਝ ਕੱਢਣਾ ਚਾਹੁੰਦੇ ਹੋ। ਉਹਨਾਂ ਲੋਕਾਂ ਨੂੰ ਪਹਿਚਾਨੋ ਜਿਹੜੇ ਉਹ ਫੋਟੋਆਂ ਲਾ ਰਹੇ ਆ ਬੰਦਾ ਸਿੰਘ ਬਹਾਦਰ ਦੇ ਨਾਲ, ਹਰੀ ਸਿੰਘ ਨਲੂਏ ਦੇ ਨਾਲ, 4 ਸਾਹਿਬਜ਼ਾਦਿਆਂ ਦੇ ਨਾਲ। ਬਾਕੀ ਮੈਂ ਗੱਲ ਕੀਤੀ ਸੀ ਪ੍ਰੈਕਟੀਕਲ ਕਰਨਾ ਬਹੁਤ ਜ਼ਰੂਰੀ ਆ। ਜਦੋਂ ਵੀ ਇਹ ਕਿਸਾਨੀ ਅੰਦੋਲਨ, ਮੈਂ ਕਹਿੰਦਾ ਕਿਸਾਨੀ ਅੰਦੋਲਨ, ਕਿਸਾਨਾਂ ਦੀ ਜੰਗ, ਮਜ਼ਦੂਰਾਂ ਦੀ ਜੰਗ ਲੱਗੀ ਸੀ, ਕੁਝ ਲੋਕ ਦਿੱਲੀ ਬਾਰਡਰਾਂ ਤੇ ਪ੍ਰੈਕਟੀਕਲ ਕਰ ਰਹੇ ਸੀ। ਗੁਰੂ ਸਾਹਿਬ ਦਾ ਪ੍ਰੈਕਟੀਕਲ ਉੱਥੇ ਹੋ ਰਿਹਾ ਸੀ। ਠੰਡ ਨਾਲ ਲੜਨ ਦੇ ਸੀ, ਗੰਦੇ ਪਾਣੀ, ਰੋਟੀ ਦੀ ਕਮੀ, ਬਹੁਤ ਕੁਝ ਉੱਥੇ ਵੇਖਿਆ, ਬਹੁਤ ਕੁਝ ਉੱਥੇ ਸਹਿਆ। ਕੁਝ ਲੋਕ ਉੱਥੇ ਲੜ ਰਹੇ ਸੀ, ਕੁਝ ਲੋਕ ਅਮਰੀਕਾ 'ਚ ਲੜ ਰਹੇ ਸੀ। ਭਾਵੇਂ ਉਹ ਇੰਟਰਨੈਟ ਦੇ ਥਰੂ ਤੁਸੀਂ ਪ੍ਰਚਾਰ ਕਰ ਰਹੇ ਸੀ, ਭਾਵੇਂ ਤੁਸੀਂ ਇੱਥੇ ਰਾਸ਼ਨ ਇਕੱਠਾ ਕਰ ਰਹੇ ਸੀ, ਭਾਵੇਂ ਤੁਸੀਂ ਇੱਥੇ ਪੈਸਾ ਇਕੱਠਾ ਕਰ ਰਹੇ ਸੀ, ਤੁਸੀਂ ਵੀ ਉਹ ਲੜਾਈ ਦੇ ਵਿੱਚ ਉਨੇ ਹੀ ਸ਼ਾਮਿਲ ਸੀ। ਤੁਹਾਡਾ ਵੀ ਉਨਾ ਹੀ ਪ੍ਰੈਕਟੀਕਲ ਚੱਲ ਰਿਹਾ ਸੀ ਉਸ ਟਾਈਮ ਤੇ। ਮੈਂ ਐਗਜ਼ਾਮਪਲ ਦੇਣਾ ਕਿ
ਵੀਰ ਨੇ ਸਾਡੇ ਗਿੱਲ ਵੀਰ ਆ ਕੈਲੀਫੋਰਨੀਆ ਤੋਂ, ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ, ਆਂਦੇ ਮੈਂ ਨਾ ਰੋਜ਼ ਸ਼ਾਮ ਨੂੰ 10 ਮਿੰਟ ਲਈ ਬਾਹਰ ਚੱਲ ਜਾਂਦਾ ਸੀ ਤੇ ਮੈਂ ਮਹਿਸੂਸ ਕਰਨਾ ਚਾਹੁੰਦਾ ਸੀ ਕਿ ਉਹ ਠੰਡ ਕਿਹੋ ਜਿਹੀ ਆ ਜਿਹੜੀ ਦਿੱਲੀ ਬਾਰਡਰਾਂ ਤੇ ਆ। ਕਹਿੰਦੇ ਮੈਨੂੰ ਫਿਰ ਬਹੁਤ ਆਨੰਦ ਹੋਣਾ, ਹਾਂ ਕੀ ਆ ਮੈਂ ਵੀ ਤੁਹਾਡਾ ਹਿੱਸਾ ਬਣ ਸਕਿਆ। ਮੈਂ ਕਿਹਾ ਅਸੀਂ ਵੀ ਇਹੋ ਕੁਝ ਕਰਦੇ ਸਾਂ, ਜਦੋਂ ਸਾਨੂੰ ਲੱਗਦਾ ਸੀ ਅਸੀਂ ਡਾਊਨ ਫੀਲ ਕਰਦੇ ਸਾਂ, ਅਸੀਂ ਫਤਿਹਗੜ੍ਹ ਸਾਹਿਬ ਚੱਲ ਜਾਂਦੇ, 4 ਜਾਂ 5 ਵਾਰੀ ਅਸੀਂ ਫਤਿਹਗੜ੍ਹ ਸਾਹਿਬ ਗਏ। ਜਦੋਂ ਸਾਨੂੰ ਲੱਗਣਾ ਕਿ ਅਸੀਂ ਬੜੇ ਮਾੜੇ ਟਾਈਮ ਚੋਂ ਨਿਕਲਦੇ ਆ, ਅਸੀਂ ਫਤਿਹਗੜ੍ਹ ਸਾਹਿਬ ਚੱਲ ਜਾਂਦੇ ਸਾਂ। ਫਿਰ ਅਸੀਂ ਉੱਥੇ ਠੰਡੇ ਬੁਰਜ ਤੇ ਜਾਣਾ, ਉੱਥੇ ਜਾ ਕੇ ਮੱਥਾ ਟੇਕਣਾ, ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਨਾ। ਫਿਰ ਸਾਨੂੰ ਅਹਿਸਾਸ ਹੋਣਾ ਸਾਡੀ ਤੇ ਲੜਾਈ ਕੁਛ ਨਹੀਂ, ਸਾਡੀ ਤੇ ਠੰਡ ਹੀ ਕੋਈ ਨਹੀਂ ਆ। ਉਹਨਾਂ ਬੱਚਿਆਂ ਨੂੰ ਯਾਦ ਕਰਨਾ, ਉਹ ਸਾਡੇ ਹੀਰੋ ਨੇ, ਉਹ ਸਾਹਿਬਜ਼ਾਦੇ ਸਾਡੇ ਹੀਰੋ ਸੀ। ਤੋਂ ਪ੍ਰੈਕਟੀਕਲ ਸੀ ਜਿਹੜਾ ਕੀਤਾ, ਜਿਹੜਾ ਤੁਸੀਂ ਕੀਤਾ, ਜਿਹੜਾ ਅਸੀਂ ਕੀਤਾ। ਔਰ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੀ ਪਹਿਲੀ ਸੇਵਾ ਤੁਹਾਡੇ ਵੱਲੋਂ ਗਈ ਸੀ, ਗੁਰਦੁਆਰਾ ਸਾਹਿਬ ਵੱਲੋਂ ਗਈ ਸੀ, ਇੱਕ ਪਾਣੀ ਦਾ ਫਿਲਟਰ ਤੁਸੀਂ ਲਵਾਇਆ ਸੀ ਟਿਕਰੀ ਬੋਤਲ ਤੇ, ਜੇ ਮੈਂ ਗਲਤ ਨਾ ਹੋਵਾਂ ਨਾ ਸਰ। ਹਾਂ ਤੁਸੀਂ ਇੱਕ ਪਾਣੀ ਦਾ ਸਿਸਟਮ ਜਿਹੜਾ ਹੁੰਦਾ ਸਾਰੇ ਦਾ ਸਾਰਾ ਸਿਸਟਮ, ਕਿਉਂਕਿ ਉਦੋਂ ਪਹਿਲਾਂ ਬੋਤਲਾਂ ਬਹੁਤ ਲੋਕ ਇਸਤੇਮਾਲ ਕਰਦੇ ਸੀ। ਅਸੀਂ ਅਪੀਲ ਕੀਤੀ ਕਿ ਨਹੀਂ, ਕਿਉਂਕਿ ਇੱਕ ਬੜੀ ਵੱਡੀ ਨੈਰੇਟਿਵ ਫਾਈਟ ਵੀ ਸੀ ਉਹਨਾਂ ਦਿੱਲੀ ਬਾਰਡਰਾਂ ਤੇ। ਅਸੀਂ ਆਪਣੇ ਆਪ ਨੂੰ ਅਸੀਂ ਦਿਖਾਉਣਾ ਚਾਹੁੰਦੇ ਸਾਂ ਦੁਨੀਆ ਨੂੰ, ਕਿਸਾਨ ਕੀ ਹੁੰਦੇ ਆ, ਮਜ਼ਦੂਰ ਕੀ ਹੁੰਦੇ ਆ। ਔਰ ਸਿੱਖ ਭਾਈਚਾਰਾ ਇੱਕ ਬਹੁਤ ਵੱਡੀ ਤਾਦਾਦ ਤੇ ਉੱਥੇ ਪਹੁੰਚਿਆ ਸੀ। ਸੋ ਕਿਤੇ ਨਾ ਕਿਤੇ ਸਾਨੂੰ ਵੀ ਇੱਕ ਮੌਕਾ ਮਿਲ ਗਿਆ ਕਿ ਹਾਂ ਚਲੋ ਅਸੀਂ ਸਿੱਖਾਂ ਦੀ ਵੀ ਗੱਲ ਕਰੀਏ, ਅਸੀਂ ਸਿੱਖੀ ਦੀ ਵੀ ਗੱਲ ਕਰ ਲੈਂਦੇ ਹਾਂ, ਕਿਉਂਕਿ ਕੋਈ ਹਾਰਮ ਥੋੜੀ ਆ ਜੇ ਅਸੀਂ, ਸਾਡੇ ਗੁਰੂ ਸਾਹਿਬ ਨੇ ਆਪ ਹੱਲ ਵਾਏ, ਆਪ ਹੱਲ ਚਲਾਏ, ਹਨਾ। ਸੋ ਅਸੀਂ ਵੀ, ਜੇ ਅਸੀਂ ਵੀ ਆਪਣੇ ਆਪ ਨੂੰ ਕਿਸਾਨ ਮਹਿਸੂਸ ਕਰਦੇ, ਅਸੀਂ ਵੀ ਕਿਸਾਨੀ ਸਾਡੇ ਵਿੱਚ ਆ, ਸਾਡੇ ਰਗਾਂ ਵਿੱਚ ਆ। ਸੋ ਅਸੀਂ ਉੱਤੇ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ, ਕਿਹਾ ਕਿ এনवायरमेंट ਫਰੈਂਡਲੀ ਗੱਲ ਕਰੀਏ, ਕੋਈ ਜਿਹੜੀਆਂ ਇਹ ਬੋਤਲਾਂ ਵਾ, ਇਹ ਪੈਸਾ ਬਹੁਤ ਵੇਸਟ ਹੁੰਦਾ ਵਾ, ਕਿਉਂ ਨਾ ਆਪਾਂ ਇੱਥੇ ਫਿਲਟਰ ਲਵਾ ਲਈਏ। ਔਰ ਇੱਕ ਬਹੁਤ ਵੱਡਾ ਫਿਲਟਰ ਸਿਸਟਮ ਤੁਹਾਡੇ ਵੱਲੋਂ ਉੱਥੇ ਟਿਕਰੀ ਬਾਰਡਰ ਤੇ ਲਵਾਇਆ ਗਿਆ ਸੀ। ਔਰ ਉਹ ਫਿਲਟਰ ਸਿਸਟਮ ਜਿਹੜੀ ਉੱਥੋਂ ਦੀ ਮੇਨ ਸੜਕ ਸੀ, ਉੱਥੇ ਲੱਗਾ ਸੀ, ਪਿੰਡ ਕੈਲੀਫੋਰਨੀਆ ਤੇ ਭੂਰੀ ਵਾਲਿਆਂ ਦੇ ਲੰਗਰ ਦੇ ਵਿਚਕਾਰ, ਉੱਥੇ ਉਹ ਫਿਲਟਰ ਸਿਸਟਮ ਲਵਾਇਆ ਗਿਆ ਸੀ। ਔਰ ਉੱਥੋਂ ਮੈਂ ਕਹੂੰਗਾ ਕਿ ਲੱਖਾਂ ਲੋਕਾਂ ਨੇ ਉੱਥੇ ਸਾਫ਼ ਪਾਣੀ ਪੀਤਾ। ਸਵੇਰੇ 4 ਵਜੇ ਸਾਡਾ ਉੱਥੋਂ ਪਾਣੀ ਦਾ ਟਰੱਕ ਭਰਦਾ ਸੀ, ਔਰ ਸਾਰੇ ਟਿਕਰੀ ਬਾਰਡਰ ਤੇ ਜਿੱਥੇ ਲੋੜ ਹੁੰਦੀ ਸੀ, ਲੰਗਰਾਂ ਦੇ ਲੋੜ ਹੁੰਦੀ, ਉੱਥੇ ਜਾ ਕੇ ਪਾਣੀ ਪਹੁੰਚਾਉਂਦਾ ਸੀ, ਸਾਫ਼ ਪਾਣੀ। ਸੋ ਤੁਸੀਂ ਸੋਚੋ ਤੁਹਾਡੀ ਕਿੰਨੀ ਵੱਡੀ ਦੇਣ ਸੀ ਉਹ ਬਾਰਡਰ, ਕਿੰਨੇ ਲੋਕਾਂ ਨੂੰ ਸਾਫ਼ ਪਾਣੀ ਤੁਸੀਂ ਪਿਆਇਆ। ਸੋ ਬਹੁਤ ਵੱਡਾ ਪ੍ਰੈਕਟੀਕਲ ਤੁਸੀਂ ਕੀਤਾ। ਸੋ ਅਸੀਂ ਤੇ ਤੁਹਾਡਾ ਦੇਣ ਨਹੀਂ ਦੇ ਸਕਦੇ, ਤੁਸੀਂ ਲੰਗਰ ਛਕਵਾਏ, ਉੱਥੇ ਸਮਾਨ ਭੇਜਿਆ, ਉੱਥੇ ਤੁਸੀਂ ਅਗੇਨ ਪਾਣੀ, ਜਿਹੜੀ ਇੱਕ ਪਾਣੀ ਦੀ ਬਹੁਤ ਵੱਡੀ ਘਾਟ ਸੀ, ਉਹ ਪਾਣੀ ਦੀ ਘਾਟ ਤੁਸੀਂ ਪੂਰੀ ਕੀਤੀ। ਔਰ ਤੁਹਾਡੇ ਵਰਗੇ ਹੋਰ ਵੀ ਬਹੁਤ ਲੋਕ ਨੇ ਅਮਰੀਕਾ ਦੇ ਵਿੱਚ, ਕੈਨੇਡਾ 'ਚ, UK 'ਚ, ਜਿਨ੍ਹਾਂ ਨੇ ਅਗੇਨ ਸਾਈਡ ਤੇ ਰਹਿ ਕੇ ਬਹੁਤ ਵੱਡਾ ਯੋਗਦਾਨ ਪਾਇਆ। ਔਰ ਇਹ ਪਹਿਲੀ ਵਾਰੀ ਨਹੀਂ ਹੋਇਆ, ਜੇ ਤੁਸੀਂ ਵਰਲਡ ਵਾਰ 2 ਤੇ ਯਾਦ ਕਰੋ, ਕੁਝ ਲੋਕ ਸੀ ਜਿਹੜੇ ਲੜਾਈ ਲੜਦੇ ਸੀ ਤੇ ਅਮਰੀਕਾ ਦੀ ਫੈਕਟਰੀਆਂ ਵਿੱਚ ਬੰਬ ਬਣਦੇ ਸੀ, ਉਹਦੇ ਵਿੱਚ ਬਹੁਤ ਵੱਡਾ ਹੱਥ ਇੱਥੋਂ ਦੀ ਜਿਹੜੀਆਂ ਔਰਤਾਂ ਸੀ ਉਹਨਾਂ ਦਾ ਸੀ। ਜਦੋਂ ਕਰੋਨਾ ਦੀ ਲੜਾਈ ਲੱਗੀ ਸੀ, ਕੁਝ ਲੋਕ ਸੀ ਜਿਹੜੇ ਹਸਪੀਟਲਾਂ 'ਚ ਲੜਦੇ ਸੀ, ਉਹ ਡਾਕਟਰ ਸੀ, ਉਹ ਨਰਸਾਂ ਸੀ, ਉਹ ਫਾਰਮਾਸਿਸਟ ਸੀ, ਉਹ ਹਸਪੀਟਲ 'ਚ ਲੜਦੇ ਸੀ, ਲੜਾਈ ਲੜਦੇ ਸੀ। ਪਰ ਉਹ ਤੋਂ ਵੱਡੀ ਲੜਾਈ ਰਿਸਰਚਰ ਜਿਹੜੇ ਸੀ, ਉਹ ਪਿੱਛੇ ਬਹਿ ਕੇ ਜਿਹੜੇ ਦਵਾਈਆਂ ਬਣਾਉਂਦੇ ਸੀ, ਜਿਹੜੇ ਵੈਕਸੀਨ ਦੀ ਕਾਢ ਕੱਢਣ ਦੀ ਕੋਸ਼ਿਸ਼ ਕਰਦੇ ਸੀ, ਉਹ ਵੀ ਲੜਾਈ ਲੜਦੇ ਸੀ। ਸੋ ਜੇ ਤੁਸੀਂ ਇੱਥੇ ਸੀ ਤਾਂ ਮਤਲਬ ਇਹ ਨਹੀਂ ਕਿ ਤੁਹਾਡਾ ਯੋਗਦਾਨ ਨਹੀਂ ਸੀ, ਤੁਹਾਡਾ ਬਹੁਤ ਵੱਡਾ ਯੋਗਦਾਨ ਸੀ। ਔਰ ਮੈਨੂੰ ਯਾਦ ਹੈ, ਮੈਂ ਜਦੋਂ ਸਟੇਜਾਂ ਤੋਂ ਬੋਲਦਾ ਸਾਂ, ਔਰ ਮੈਂ ਗੱਲ ਇਹ ਸਾਰਿਆਂ ਨੂੰ ਉੱਥੇ ਦੱਸਣ ਦੀ ਕੋਸ਼ਿਸ਼ ਕਰਦਾ ਕਿ ਭਾਈ ਤੁਸੀਂ ਇਕੱਲੇ ਨਹੀਂ ਹੋ, ਕਿਸਾਨ ਭਰਾਵਾਂ ਨੂੰ, ਮਜ਼ਦੂਰਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦਾ ਤੁਹਾਡੇ ਪਿੱਛੇ ਇੱਕ ਬਹੁਤ ਵੱਡਾ ਤਬਕਾ ਬੈਠਾ, ਜਿਨ੍ਹਾਂ ਦੇ ਕੋਲ ਸਭ ਕੁਝ ਹੈਗਾ, ਉਹਨਾਂ ਕੋਲ ਪੈਸਾ ਵੀ ਆ, ਉਹਨਾਂ ਕੋਲ ਜ਼ੋਰ ਵੀ ਆ, ਉਹਨਾਂ ਦੇ ਲਿੰਕ ਵੀ ਹੈਗੇ, ਤੁਸੀਂ ਡਰੋ ਨਾ। ਸੋ ਬਹੁਤ ਬਹੁਤ ਤੁਹਾਡੇ ਧੰਨਵਾਦੀ ਆ, ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਤੁਸੀਂ ਬਹੁਤ ਸਾਡੀ ਰੀੜ ਦੀ ਹੱਡੀ ਸੀ। ਔਰ ਸੋ ਬੱਚਿਆਂ ਨੂੰ, ਜਿਨ੍ਹਾਂ ਨੇ ਛੋਟੇ ਬੱਚਿਆਂ ਨੇ ਇੱਥੇ ਝੰਡੇ ਫੜੇ, ਇੱਥੇ ਪਰੇਡਾਂ ਕੱਢੀਆਂ, ਇੱਥੇ ਮੋੜਾਂ ਤੇ ਖੜੇ, ਉਹ ਗੱਲਾਂ ਭੁੱਲਿਓ ਨਾ, ਤੁਸੀਂ ਉਹ ਤੋਂ ਸਿੱਖਿਆ ਕੀ? ਕਿਉਂਕਿ ਹੁਣ ਸੋਸ਼ਲ ਮੀਡੀਆ ਤੇ ਵੇਖੀਦਾ, ਔਰ ਸੋਸ਼ਲ ਮੀਡੀਆ ਕਿੱਦਾਂ ਘੁਮਾ ਦਿੰਦਾ, ਮੈਂ ਆਪ ਹੈਰਾਨ ਹੋ ਜਾਂਦਾ ਕਿ ਜਿਹੜੇ ਤੁਹਾਡੇ ਹੀਰੋ ਆ, ਕਿਉਂਕਿ ਸਿੱਖ ਕੌਮ ਨੂੰ ਹੀਰੋ ਲੱਭ ਗਏ, ਔਰ ਕਈ ਲੋਕਾਂ ਨੂੰ ਇਹ ਚੀਜ਼ ਬਰਦਾਸ਼ਤ ਨਹੀਂ ਹੁੰਦੀ, ਕਿਉਂਕਿ ਜਿਹੜਾ ਬੰਦਾ ਲੜਿਆ ਨਾ ਹੋਵੇ, ਜਿਹੜਾ ਬੰਦਾ ਉਹ ਜੰਗ 'ਚ ਨਾ ਗਿਆ ਹੋਵੇ, ਜਿਹਦੀ ਸਾਰਾ ਜ਼ੋਰ ਲੱਗ ਗਿਆ ਹੋਵੇ ਕਿ ਯਾਰ ਕਿਤੇ ਨਾ ਕਿਤੇ ਲੋਕ ਜੰਗ ਹਾਰ ਜਾਣ, ਉਹ ਕਿੱਦਾਂ ਅੱਜ ਬਰਦਾਸ਼ਤ ਕਰੂਗਾ ਕਿ ਸਿੱਖਾਂ ਨੂੰ ਉਹਨਾਂ ਦੇ ਹੀਰੋ ਲੱਭ ਗਏ ਜਾਂ ਕਿਸਾਨਾਂ ਨੂੰ ਉਹਨਾਂ ਦੇ ਹੀਰੋ ਲੱਭ ਗਏ। ਉਹਨਾਂ ਨੇ ਤੇ ਹੁਣ ਅੱਡੀ ਦਾ ਜ਼ੋਰ ਲਾਉਣਾ ਕਿ ਕਿਸੇ ਤਰੀਕੇ ਇਹਨਾਂ ਹੀਰੋਆਂ ਨੂੰ ਡੇਗ ਦਿਓ। ਜਿਹੜੇ ਲੋਕ ਆਪ ਕਦੀ ਅੰਦੋਲਨ 'ਚ ਨਾ ਗਏ ਹੋਣ, ਅੱਜ ਅੰਦੋਲਨ ਦੀਆਂ ਗੱਲਾਂ ਕਰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੇ ਜਿਹੜੇ ਹੀਰੋ ਆ, ਇਹਨਾਂ ਨੂੰ ਜ਼ੀਰੋ ਕਰਕੇ ਵਿਖਾ ਦਿਓ। ਹੁਣ ਤੁਹਾਨੂੰ ਵੇਖਣਾ ਪੈਣਾ ਕਿ ਤੁਸੀਂ ਉਦੋਂ ਗਲਤ ਸੀ ਕਿ ਅੱਜ ਗਲਤ ਸੀ, ਕਿ ਉਹ 3 ਕਾਨੂੰਨ ਸਹੀ ਸੀ ਕਿ 3 ਕਾਨੂੰਨ ਗਲਤ ਸੀ, ਕਿ ਤੁਹਾਡੀ ਲੜਾਈ ਜਿਹੜੀ ਜਾਇਜ਼ ਸੀ, ਤੁਸੀਂ ਲੜੇ,
बड़ी सोच समझ के लड़े, एक नैरेटिव की लड़ाई सी। उत्थे गल हुंदी सी कि असीं एके नाल लड़ना, क्योंकि लोग समझते सी कि कल्ली ये सिक्खी की लड़ाई नहीं हो सकती। जे कल्ली, क्योंकि सरकार चाहती सी उस टाइम की, वो सरकार चाहती सी किसी ना किसी तरीके इन्हां नूं लपेट के बई ये ते सिक्खां दी लड़ाई आ, सारे देश तो अलग करके इन्हां नूं इत्थों चुका दो, कुट के इन्हां नूं डांगा मारो, इन्हां नूं गोलियां चला के इन्हां नूं किसी तरीके तितर बितर कर दो। पर ਜਿਹੜੇ लोग उत्थे सी, ਜਿਹੜੇ लोग उत्थे समझदार सी, उन्होंने पता सी किसी ना ये लड़ाई किसी धर्म की लड़ाई नहीं हो सकती। ये सारे धर्मां की लड़ाई सी, इंसानियत की लड़ाई सी, ये किसानी की लड़ाई सी, ये मजदूरों की लड़ाई सी। इत्थे सारियां दी लोड़ है, इत्थे सिखां दी भी लोड़ है, इत्थे लंगर की भी लोड़ है, इत्थे मुसलमानां दी भी लोड़ है, इत्थे हिंदुआं दी भी लोड़ है। जब तक ये जन अंदोलन बढ़ूगा उदों तक ही ये कामयाब होगा। ਉਹਦੇ ਲਈ ਤੁਸੀਂ ਲੋਕਾਂ ਨੇ ਬਹੁਤ ਸਾਥ ਦਿੱਤਾ। ਸਿੰਘੂ ਬਾਰਡਰ ਦੀ ਸਟੇਜ ਤੇ ਗੁਰਬਾਣੀ ਵੀ ਹੁੰਦੀ ਸੀ, ਉੱਥੇ ਨਮਾਜ਼ ਵੀ ਪੜ੍ਹੀ ਜਾਂਦੀ ਸੀ, ਉੱਥੇ ਮੰਤਰ ਵੀ ਪੜ੍ਹੇ ਜਾਂਦੇ ਸੀ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਇਹ ਸਾਰੇ ਧਰਮਾਂ ਦੀ ਲੜਾਈ ਆ। ਇਕੱਠੇ ਹੋ ਕੇ ਅਸੀਂ ਇਹ ਲੜਨਾ। ਉਹ ਗੱਲ ਹੋ ਰਿਹਾ ਕਿ ਸਿੱਖ ਉਸ ਲੜਾਈ ਦੇ ਹੀਰੋ ਬਣ। ਬਹੁਤ ਵੱਡੀ ਤਾਦਾਦ ਦੇ ਵਿੱਚ ਜੇ ਇੱਕ ਹਿੰਦੂ ਹੀਰੋ ਰਿਹਾ, ਇੱਕ ਮੁਸਲਮਾਨ ਤੇ 8 ਵਿੱਚੋਂ ਸਿੱਖ ਸੀ। ਔਰ ਇਹ ਹਰ ਇੱਕ ਲੜਾਈ ਏਦਾਂ ਹੀ ਹੋਈ ਹੈ, ਪਰ ਤੁਸੀਂ ਉਹ ਲੜਾਈ ਬੜੀ ਸਿਆਣਪ ਨਾਲ ਜਿੱਤੀ। ਬਹੁਤ ਵੱਡੀ ਲੜਾਈ ਸੀ ਜਿਹਦੇ ਤੁਸੀਂ ਦੁਨੀਆ ਦੇ ਵਿੱਚ ਹੀਰੋ ਬਣ ਕੇ ਨਿਕਲੇ ਇਸ ਲਈ ਕਿਉਂਕਿ ਤੁਸੀਂ ਦਿਮਾਗ ਨਾਲ ਲੜਾਈ ਲੜੀ। ਉਹ ਲੜਾਈ ਬੰਦੂਕਾਂ ਦੀ ਲੜਾਈ ਨਹੀਂ ਸੀ, ਤਲਵਾਰਾਂ ਦੀ ਲੜਾਈ ਨਹੀਂ ਸੀ, ਦਿਮਾਗ ਦੀ ਲੜਾਈ ਸੀ। ਉਹ ਦੱਸਣ ਦੀ ਲੋੜ ਸੀ ਸਰਕਾਰਾਂ ਨੂੰ, ਦੁਨੀਆ ਨੂੰ ਕਿ ਬਈ ਇਹ 3 ਕਾਨੂੰਨ ਜਿਹੜੇ ਆ ਇਹ ਮਾੜੇ ਆ। ਅਮਰੀਕਾ ਵਿੱਚ ਵੀ ਮੋਨੋਪੋਲੀ ਨਹੀਂ ਅਲਾਉਡ, ਇੰਡੀਆ ਦੇ ਵਿੱਚ ਇਸ ਵੇਲੇ ਮੋਨੋਪੋਲੀ ਚੱਲ ਰਹੀ ਹੈ। ਈਸਟ ਇੰਡੀਆ ਕੰਪਨੀ ਨੂੰ ਕੱਢਿਆ ਸੀ, ਅੱਜ ਅਦਾਨੀ ਅੰਬਾਨੀ ਕੰਪਨੀ ਬਣ ਗਈ ਆ। ਬਈ ਇਹ ਚੀਜ਼ਾਂ ਸਹੀ ਨਹੀਂ। ਔਰ ਉਹ ਪਹਿਲੀ ਲੜਾਈ ਸੀ, ਉਹ ਆਖਰੀ ਲੜਾਈ ਨਹੀਂ ਸੀ। ਆਪਣਾ ਏਕਾ ਕਾਇਮ ਰੱਖਣ ਦੀ ਬਹੁਤ ਜ਼ਰੂਰਤ ਹੈ। ਜਾਤ ਪਾਤ ਤੋਂ ਉੱਪਰ ਉੱਠੋ, ਧਰਮਾਂ 'ਚ ਪਿਆਰ ਕਰੋ। ਤੁਹਾਡਾ ਗੁਰੂ ਤੁਹਾਨੂੰ ਪਿਆਰ ਕਰਨ ਨਹੀਂ ਦੱਸਦਾ। ਔਰ ਇੱਕ ਗੱਲ ਹੋਰ, ਐਜੂਕੇਸ਼ਨ। ਜੇ ਤੁਸੀਂ ਰਾਜ ਕਰਨਾ ਤੇ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਜਿਹੜੇ ਲੋਕ ਇਹ ਸਮਝ ਗਏ ਆ ਕਿ ਬਈ ਗੱਲਾਂ ਨਾਲ ਹੀ ਅਸੀਂ ਰਾਜ ਕਰ ਲਾਂਗੇ, ਲੋਕਾਂ ਨੂੰ ਕਹਿਣਾ ਕਿ ਹਾਂ ਹਰੀ ਸਿੰਘ ਨਲੂਆ ਸਾਡਾ ਜਰਨੈਲ ਸੀ ਤੇ ਬਈ ਹੁਣ ਅਸੀਂ ਰਾਜ ਕਰਨਾ ਹੈ ਨਹੀਂ। ਤੁਸੀਂ ਸੋਚੋ, ਜੇ ਗੁਰੂ ਸਾਹਿਬ ਨੇ ਤੁਹਾਨੂੰ ਲੰਗਰ ਦੱਸਿਆ ਤੇ ਨਾਲ ਪੜ੍ਹਾਈ ਵੀ ਦੱਸੀ ਆ, ਗੁਰਮੁਖੀ ਵੀ ਗੁਰੂ ਸਾਹਿਬ ਨੇ ਤੁਹਾਨੂੰ ਦਿੱਤੀ ਆ, ਸਕੂਲ ਵੀ ਗੁਰੂ ਸਾਹਿਬ ਉਹਨਾਂ ਨੇ ਖੋਲੇ ਸੀ। ਜੇ ਤੁਸੀਂ ਰੋਟੀ ਦਾ ਲੰਗਰ ਲਾ ਸਕਦੇ ਹੋ, ਪ੍ਰਸ਼ਾਦੇ ਦਾ ਲੰਗਰ ਲਾ ਸਕਦੇ ਹੋ, ਤੁਸੀਂ ਕਿਤਾਬਾਂ ਦੇ ਲੰਗਰ ਵੀ ਲਾ ਸਕਦੇ ਹੋ। ਤੁਸੀਂ ਐਜੂਕੇਸ਼ਨ ਦੇ ਇੰਸਟੀਚਿਊਟ ਵੀ ਬਣਾ ਸਕਦੇ ਹੋ। ਗੁਰਦੁਆਰੇ ਵਿੱਚ ਐਜੂਕੇਸ਼ਨ ਦੇ ਇੰਸਟੀਚਿਊਟ ਵੀ ਬਣ ਸਕਦੇ ਆ, ਕਿਉਂ ਨਹੀਂ ਬਣ ਸਕਦੇ? ਤੇ ਜਦ ਤੱਕ ਨਹੀਂ ਬਣਨਗੇ ਉਦੋਂ ਤੱਕ ਤੁਸੀਂ ਰਾਜ ਨਹੀਂ ਕਰ ਸਕਦੇ। ਜਦ ਤੱਕ ਤੁਹਾਡੇ ਬੱਚੇ ਵੱਡੀਆਂ ਪੋਜੀਸ਼ਨਾਂ ਤੇ ਨਹੀਂ ਪਹੁੰਚਣਗੇ, ਕਾਲਜਾਂ ਦੇ ਪ੍ਰੋਫੈਸਰ ਨਹੀਂ ਲੱਗਣਗੇ, ਵੱਡੇ ਡਾਕਟਰ ਇੰਜੀਨੀਅਰ ਨਹੀਂ ਬਣਨਗੇ, ਤੁਸੀਂ ਰਾਜ ਨਹੀਂ ਕਰ ਸਕਦੇ। ਫੋਕਾ ਹੀ ਰਾਜ ਕਰੋਗੇ, ਗੱਲਾਂ ਹੀ ਰਾਜ ਕਰਨਗੇ। ਇਸ ਵੇਲੇ ਬਹੁਤ ਵੱਡੀ ਘਾਟ ਆ ਪੰਜਾਬ ਦੇ ਵਿੱਚ ਪੜ੍ਹਾਈ ਦੀ, ਐਜੂਕੇਸ਼ਨ ਦੀ। ਔਰ ਉਸ ਘਾਟ ਦੇ ਜ਼ਿੰਮੇਵਾਰ ਆਪਾਂ ਵੀ ਹਾਂ, ਕਿਉਂਕਿ ਜਿਹੜਾ ਬੱਚਾ ਉੱਥੇ ਪੜ੍ਹ ਲੈਂਦਾ ਉਹ ਉੱਥੋਂ ਨਿਕਲ ਆਉਂਦਾ, ਉਹ ਕਹਿੰਦਾ ਮੈਂ ਅਮਰੀਕਾ ਜਾਵਾਂ, ਕੈਨੇਡਾ ਜਾਵਾਂ, ਇੱਥੇ ਮੇਰਾ ਨਹੀਂ। ਸੋ ਕਿਤੇ ਨਾ ਕਿਤੇ ਅਸੀਂ ਵੀ ਜ਼ਿੰਮੇਵਾਰ ਹਾਂ ਜੋ ਅੱਜ ਪੰਜਾਬ ਦੇ ਹਾਲਾਤ ਆ। ਸੋ ਤੁਹਾਨੂੰ ਇੰਨਾ ਹੀ ਕਹੂੰਗਾ ਕਿ ਆਪਣਾ ਪੈਸਾ, ਕੀਮਤੀ ਜਿਹੜਾ ਪੈਸਾ ਉਹ ਵੇਸਟ ਨਾ ਕਰਿਓ। ਮੈਂ ਹਰ ਇੱਕ ਨੂੰ ਆਪ ਵੀ ਇਹ ਗੱਲ ਪ੍ਰੈਕਟੀਕਲ 'ਚ ਕਰ ਰਿਹਾ ਕਿ ਇੱਕ ਸ਼ਿਫਟ ਮਹੀਨੇ ਦੀ ਪੰਜਾਬ ਦੇ ਲਈ ਲਾਓ, ਇੱਕ ਸ਼ਿਫਟ ਆਪਣੇ ਪਿੰਡ ਦੀ ਲਈ ਲਾਓ, ਔਰ ਆਪਣੇ ਹੱਥੀਂ ਉੱਥੇ ਜਾ ਕੇ ਕਿਸੇ ਬੱਚੇ ਨੂੰ ਪੜ੍ਹਾਓ। ਉਹ ਜਿਹੜੀ ਫੀਸ ਹੈ ਉਹਦੀ ਭਾਵੇਂ ਕਿਸੇ ਸਕੂਲ ਜਾ ਕੇ ਜਮ੍ਹਾਂ ਕਰ ਦਿਓ, ਪਰ ਆਪਣੇ ਹੱਥੀਂ ਜੇ ਆਪਾਂ ਇੱਕ ਇੱਕ ਬੱਚਾ ਪੜਾਉਣਾ ਸ਼ੁਰੂ ਕਰਤਾ ਤੇ ਅੱਜ ਤੋਂ 12 ਸਾਲ ਬਾਅਦ ਲੱਖ 2 ਲੱਖ ਬੱਚਾ ਪੰਜਾਬ ਦੇ ਵਿੱਚ ਜਿਹਨੂੰ ਸ਼ਾਇਦ ਪੜ੍ਹਾਈ ਨਸੀਬ ਨਹੀਂ ਹੋਣੀ ਸੀ, ਉਹਨੂੰ ਪੜ੍ਹਾਈ ਨਸੀਬ ਹੋਈ। ਤੇ ਵਾਕਿਆ ਹੀ ਤੁਸੀਂ ਇੱਕ ਦਿਨ ਅੱਜ ਤੋਂ 40 ਸਾਲਾਂ ਬਾਅਦ, 50-100 ਸਾਲ ਬਾਅਦ ਰਾਜ ਕਰੋਗੇ। ਜਦੋਂ ਤੁਹਾਡੇ ਬੱਚੇ ਕੈਂਸਰ ਦੀ ਜਿਹੜੀ ਦਵਾਈ ਆ ਉਹ ਇਨਵੈਂਟ ਕਰਨੀ ਸ਼ੁਰੂ ਕਰਤੀ, ਜਦੋਂ ਤੁਹਾਡੇ ਬੱਚੇ ਵੱਡੇ ਵੱਡੇ ਹਵਾਈ ਜਹਾਜ਼ ਇਨਵੈਂਟ ਕਰਨਗੇ ਜਿਹੜੇ ਜੰਗੀ ਮੈਦਾਨਾਂ ਦੇ ਵਿੱਚ ਰੋਟੀ ਗਰੀਬਾਂ ਨੂੰ ਰੋਟੀ ਪਹੁੰਚਾਉਣਗੇ, ਤੁਸੀਂ ਰਾਜ ਕਰੋਗੇ। ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰੋਗੇ। ਉਹ ਰਾਜ ਕਰਨਾ ਬੜਾ ਔਖਾ, ਪਰ ਉਹ ਗੁਰੂ ਸਾਹਿਬ ਨੇ ਤੁਹਾਨੂੰ ਉਹੋ ਹੀ ਸਿਖਾਇਆ। ਸੋ ਜੇ ਰਾਜ ਕਰਨਾ, ਲੋਕਾਂ ਦੇ ਦਿਲਾਂ ਵਿੱਚ ਰਾਜ ਕਰੋ, ਨਫ਼ਰਤ ਨਾਲ ਰਾਜ ਨਹੀਂ ਕਰ ਸਕਦੇ। ਔਰ ਤੁਸੀਂ ਦਿੱਲੀ ਅੰਦੋਲਨ ਵਿੱਚ ਵਾਕਈ ਰਾਜ ਕੀਤਾ ਸੀ, ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕੀਤਾ ਸੀ। ਉੱਥੇ ਹਰਿਆਣੇ 'ਚ ਜਾ ਕੇ ਲੋਕਾਂ ਨੂੰ ਪੁੱਛੋ ਤੁਹਾਡੇ ਪ੍ਰਤੀ ਕਿੰਨਾ ਪਿਆਰ ਸੀ। ਸਰਕਾਰ ਨੇ ਬਹੁਤ ਚਾਲਾਂ ਖੇਡੀਆਂ। ਅੱਜ ਜ਼ਿਆਦਾ ਟਾਈਮ ਨਹੀਂ, ਮੈਂ ਤੁਹਾਡਾ ਟਾਈਮ ਨਹੀਂ ਜ਼ਿਆਦਾ ਲੈਣਾ, ਪਰ ਜੇ 26 ਜਨਵਰੀ ਦੀ ਮੈਂ ਗੱਲ ਕਰਾਂ, ਕਿੱਦਾਂ ਬੈਰੀਕੇਡ ਖੋਲ ਦਿੱਤੇ ਗਏ ਕਿ ਬਈ ਚਲੋ ਇਹਨਾਂ ਨੂੰ ਤੋਰੋ। ਸਿੱਧਾ ਲਾਲ ਕਿਲੇ ਵੱਲ ਬੈਰੀਕੇਡ ਖੋਲੇ ਗਏ ਸਿੰਘੂ ਬਾਰਡਰ ਤੇ। ਇੱਕ ਚਾਲ ਸੀ ਸਰਕਾਰ ਦੀ। ਅਸੀਂ ਉੱਥੇ ਸਾਂ, ਨੰਗਲੋਹੀ ਮੈਟਰੋ ਸਟੇਸ਼ਨ ਜਿਹੜਾ ਟਿਕਰੀ ਬਾਰਡਰ ਵੱਲ ਜਾਈਏ, ਉੱਥੇ ਸਾਂ। ਸਭ ਕੁਝ ਸੁਣਿਆ, ਸਭ ਕੁਝ ਵੇਖਿਆ, ਅੱਖੀ ਵੇਖਿਆ
ਕਿਦਾਂ ਜਿਹੜਾ ਟੀਅਰ ਗੈਸ ਦੇ ਗੋਲੇ ਮੁੰਡਿਆਂ ਦੇ ਮੂੰਹ ਵੱਲ ਕਰਕੇ ਮਾਰੇ ਗਏ। ਇਹ ਟਿਕਰੀ ਬਾਰਡਰ ਦੀ ਗੱਲ ਹੈ, ਨੰਗਲੋਹੀ ਮੈਟਰੋ ਸਟੇਸ਼ਨ ਦੀ ਗੱਲ ਹੈ। ਸਾਨੂੰ ਵੀ ਡਾਂਗਾ ਪਈਆਂ, ਉਹ ਭੁੱਲਦੇ ਥੋੜੀ ਆ। ਉਹ ਚਾਹੁੰਦੀ ਸੀ, ਸਰਕਾਰ ਚਾਹੁੰਦੀ ਸੀ ਇਹ ਲਾਲ ਕਿਲੇ ਜਾ ਕੇ ਇੱਥੇ ਰੌਲਾ ਪਾਉਣ, ਪਰ ਕੀ ਸਾਨੂੰ ਅਸੀਂ ਕੀ ਖੱਟਿਆ ਲਾਲ ਕਿਲੇ 'ਚ ਜਾ ਕੇ? ਅਸੀਂ ਕੀ ਖੱਟਿਆ? ਮੈਨੂੰ ਯਾਦ ਹੈ 26 ਜਨਵਰੀ ਨੂੰ ਜਦੋਂ ਬਹੁਤ ਲੋਕ ਉੱਥੋਂ ਭੱਜ ਵੀ ਗਏ ਸੀ, ਹਰਿਆਣੇ ਦੇ ਲੋਕ ਉੱਥੋਂ ਡਿਪਰੈਸਡ ਹੋ ਕੇ ਨਿਕਲ ਗਏ ਕਿ ਯਾਰ ਆ ਕੀ ਹੋ ਗਿਆ ਸਾਡੇ ਨਾਲ, ਲੜਾਈ ਤੇ ਕੋਈ ਹੋਰ ਸੀ, ਅੱਜ ਹੋਰ ਹੀ ਬਣਾ ਦਿੱਤੀ ਗਈ। ਤੇ ਉਹ ਮੂੰਹ ਨਹੀਂ ਮੈਨੂੰ ਕਦੀ ਭੁੱਲਦੇ ਜਦੋਂ ਮੈਂ ਟਿਕਰੀ ਬਾਰਡਰ 26 ਤਰੀਕ ਨੂੰ ਵਾਪਸ ਆਇਆ। ਲੋਕਾਂ ਦੇ ਮੂੰਹ, ਉਹਨਾਂ ਬਜ਼ੁਰਗਾਂ ਦੇ ਮੂੰਹ ਜਿਨ੍ਹਾਂ ਨੂੰ ਪਤਾ ਨਹੀਂ ਲੱਗੇ ਸਾਡੇ ਨਾਲ ਹੋ ਕੀ ਗਿਆ। ਯਾਰ ਅਸੀਂ ਤੇ ਇੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਦੀ ਗੱਲ ਕਰਦੇ ਸਾਂ, ਅਸੀਂ ਤੇ ਇੱਥੇ ਲੰਗਰ ਛਕਾਉਂਦੇ ਸਾਂ, ਅਸੀਂ ਤੇ ਇੱਥੇ ਛੋਟੇ ਬੱਚਿਆਂ ਲਈ ਸਕੂਲ ਪੜ੍ਹਾ ਦਿੱਤੇ ਸੀ। ਉੱਥੇ ਸਕੂਲ ਬਣਾ ਦਿੱਤੇ ਸੀ ਤੁਸੀਂ, ਜਿੱਥੇ ਊੜਾ ਆੜਾ ਸਿਖਾਇਆ ਜਾਂਦਾ ਸੀ, ਇੱਥੇ ਗੱਲਾਂ ਹੀ ਹੋਰ ਕਰਦੇ ਸੀ। ਆ ਕੀ ਕਰ ਦਿੱਤਾ ਸਾਡੀ ਸਰਕਾਰ ਨੇ ਸਾਡੀ। ਪਰ ਉਹ ਤੁਹਾਡੀਆਂ ਅਰਦਾਸਾਂ ਸੀ, ਸਾਨੂੰ ਬੜਾ ਡਰਾਇਆ ਲੋਕਾਂ ਨੇ 26 ਨੂੰ, ਆਂਦੇ ਨਿਕਲ ਜਾਓ ਇੱਥੋਂ। ਰਾਤ ਨੂੰ ਇੱਥੇ ਪੁਲਿਸ ਨੇ ਆਉਣਾ, 27 ਨੂੰ ਵੀ ਇਹ ਗੱਲਾਂ ਹੋਈਆਂ, ਰਾਤ ਨੂੰ ਪੁਲਿਸ ਨੂੰ ਆਉਣਾ, ਇੱਥੇ ਗੋਲੀ ਵੀ ਚੱਲ ਸਕਦੀ ਆ। ਮੈਨੂੰ ਵਕੀਲਾਂ ਦੇ ਫੋਨ ਆਏ ਦਿੱਲੀ ਚੋਂ, ਬੜੇ ਲੋਕਾਂ ਦੇ ਫੋਨ ਆਏ, ਸਰਕਾਰਾਂ ਜਿਹੜੇ ਸਰਕਾਰ ਦੇ ਵਿੱਚ ਕੰਮ ਕਰਦੇ ਉਹਨਾਂ ਦੇ ਫੋਨ ਆਏ, ਡਾਕਟਰ ਤੂੰ ਜਾ। ਮੈਂ ਆਪਣੀ ਟੀਮ ਨਾਲ ਗੱਲ ਕੀਤੀ, ਮੈਂ ਕਿਹਾ ਜਾਈਏ। ਇੱਕ ਛੋਟੀ ਜਿਹੀ ਮੈਂ ਗੱਲ ਸ਼ੇਅਰ ਕਰਦਾ, ਲਾਸਟ ਗੱਲ ਸ਼ੇਅਰ ਕਰਨ ਲੱਗਾ, ਕਿਉਂਕਿ ਨਿਸ਼ਾਨ ਸਾਹਿਬ ਤੁਸੀਂ ਵੀ ਅੱਜ ਚੜਾਇਆ। ਮੈਂ ਇੱਕ ਨਿਸ਼ਾਨ ਸਾਹਿਬ ਦੀ ਗੱਲ ਕਰਦਾ। ਮੈਨੂੰ ਲੱਗਦਾ 20 ਤੋਂ 23 ਤਰੀਕ ਦੀ ਗੱਲ ਆ। ਕੁਝ ਮੁੰਡੇ ਸਾਡੀ ਟੀਮ ਦੇ ਉਹਦੇ ਡਾਕਟਰ, ਅਸੀਂ ਪਿੰਡ ਕੈਲੀਫੋਰਨੀਆ ਦੀ ਛੱਤ ਦੇ ਉੱਤੇ ਨਿਸ਼ਾਨ ਸਾਹਿਬ ਚੜਾਉਣਾ। ਮੈਂ ਕਿਹਾ ਵੇਖ ਲਓ, ਜੇ ਨਿਸ਼ਾਨ ਸਾਹਿਬ ਚੜਾ ਦਿੱਤਾ ਤੇ ਫਿਰ ਭੱਜਣ ਦਾ ਕੋਈ ਰਾਹ ਨਹੀਂ ਲੱਭਣਾ ਤੁਹਾਨੂੰ, ਜਾਂ ਮਰੋਗੇ ਤੇ ਜਾਂ ਜਿੱਤ ਕੇ ਜਾਓਗੇ। ਇਹ ਗੱਲ ਨੋਟ ਕਰ ਲਓ। ਸਾਰੀ ਟੀਮ ਨਾਲ ਮੀਟਿੰਗ ਹੋਈ, ਮੈਂ ਕਿਹਾ ਡਿਸਾਈਡ ਕਰ ਲਓ, ਜੇ ਨਿਸ਼ਾਨ ਸਾਹਿਬ ਚੜਾਤਾ ਫਿਰ ਭੱਜਣਾ ਨਹੀਂ, ਫਿਰ ਇੱਥੇ ਮਰੋਗੇ ਤੇ ਜਾਂ 3 ਕਾਨੂੰਨ ਵਾਪਸ ਹੋਣਗੇ, ਫਿਰ ਘਰਾਂ ਨੂੰ ਜਾਓਗੇ। ਇੱਕ ਵਾਰੀ ਸੋਚ ਲਓ। 23 ਤਰੀਕ ਨੂੰ ਜਾਂ 22 ਤਰੀਕ ਦੀ ਗੱਲ ਆ, ਰਾਤ ਦੀ ਗੱਲ ਆ। ਉਹ ਆਂਦੇ ਨਹੀਂ ਹਜੇ ਨਹੀਂ, ਆਂਦੇ ਸੋਚ ਲੈਂਦੇ ਆ। 24 ਤਰੀਕ ਨੂੰ ਸਵੇਰੇ ਉਹਨਾਂ ਨੇ ਨਿਸ਼ਾਨ ਸਾਹਿਬ ਚੜਾਤਾ ਪਿੰਡ ਕੈਲੀਫੋਰਨੀਆ ਦੀ ਛੱਤ ਦੇ ਉੱਤੇ। ਨਿਸ਼ਾਨ ਸਾਹਿਬ ਚੜੇ ਜਲਾਲਾਂ ਦੇ ਲੰਗਰ ਤੇ, ਮਾਣਕੇ ਗਿੱਲ ਦੇ ਲੰਗਰ ਤੇ ਨਿਸ਼ਾਨ ਸਾਹਿਬ ਚੜਿਆ, ਅਲੱਗ-ਅਲੱਗ ਥਾਵਾਂ ਤੇ ਨਿਸ਼ਾਨ ਸਾਹਿਬ ਚੜੇ। ਨਿਸ਼ਾਨ ਸਾਹਿਬ ਚੜਾ ਕੇ ਉੱਥੋਂ ਭੱਜੇ ਨਹੀਂ। 26 ਤਰੀਕ ਨੂੰ ਪਤਾ ਸੀ ਉੱਥੇ ਪੁਲਿਸ ਆ ਕੇ ਕੁਝ ਵੀ ਕਰ ਸਕਦੀ, ਸਾਨੂੰ ਮਾਰ ਵੀ ਸਕਦੀ ਹੈ। 27 ਨੂੰ ਵੀ ਪਤਾ ਸੀ ਕੁਝ ਹੋ ਸਕਦਾ, ਪਰ ਜਿੱਥੇ ਨਿਸ਼ਾਨ ਸਾਹਿਬ ਚੜ ਜੇ ਉੱਥੋਂ ਤੁਸੀਂ ਭੱਜ ਨਹੀਂ ਸਕਦੇ। ਜਾਂ ਜਾਣ ਜਾਊਗੀ ਜਾਂ 3 ਕਾਨੂੰਨ ਵਾਪਸ ਹੋਣਗੇ, ਉੱਥੋਂ ਬਿਨਾਂ ਅਸੀਂ ਵਾਪਸ ਨਹੀਂ ਹੋਣ ਵਾਲੇ। ਇਹ ਗੱਲਾਂ ਸੋਚਣ ਵਾਲੀਆਂ ਵਾ। ਨਿਸ਼ਾਨ ਸਾਹਿਬ ਦਾ ਮਤਲਬ ਕੀ ਹੈ? ਨਿਸ਼ਾਨ ਸਾਹਿਬ ਨੂੰ ਚੜਾਉਣ ਦਾ ਮਤਲਬ ਕੀ ਆ? ਉਹ ਜੰਗ ਦਾ ਐਲਾਨ ਆ, ਉਹ ਜੰਗ ਜਿੱਤਣੀ ਬਹੁਤ ਜ਼ਰੂਰੀ ਹੈ। ਉਹ ਸਾਡੇ ਲਈ ਨਹੀਂ, ਉਹ ਨਿਸ਼ਾਨ ਸਾਹਿਬ ਜਿੱਥੋਂ ਆਇਆ, ਕਿੱਥੋਂ ਆਇਆ, ਕਿਹਨਾਂ ਨੇ ਚੜਾਇਆ, ਕਿਹੜੇ ਹਾਲਾਤਾਂ 'ਚ ਚੜਾਏ, ਉਹ ਨਿਸ਼ਾਨ ਸਾਹਿਬ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਸੋ ਇਹ ਗੱਲਾਂ ਯਾਦ ਰੱਖਿਓ। ਨਿਸ਼ਾਨ ਸਾਹਿਬ ਦਾ ਮਤਲਬ ਕੀ? ਨਿਸ਼ਾਨ ਸਾਹਿਬ ਚੜਾਈ ਦਾ ਕਿੱਥੇ ਆ? ਜਦੋਂ ਚੜਾ ਦਈਏ ਫਿਰ ਲੜਾਈ ਕਿੱਦਾਂ ਲੜੀਦੀ ਆ? ਨਿਸ਼ਾਨ ਸਾਹਿਬ ਚੜਾ ਕੇ ਭੱਜਣਾ ਇਹ ਕੋਈ ਸਿਆਣਪ ਨਹੀਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦੀ ਹਾਂ ਡਾਕਟਰ ਸੁਲੇਮਾਨ ਸਿੰਘ ਜੀ ਦੇ, ਉਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਤੇ ਇਸ ਤੋਂ ਅਗਲਾ ਪ੍ਰੋਗਰਾਮ ਭਾਈ ਸਾਹਿਬ ਤੁਸੀਂ ਕਰਦੇ ਹੋ ਤੇ ਨਾਲ ਅੰਮ੍ਰਿਤ ਨਾਮ ਨਿਧਾਨ ਮਿਲ ਜੀਵੋ ਭਾਈ, ਮਿਲ ਜੀਵੋ ਭਾਈ, ਮਿਲ ਜੀਵੋ ਭਾਈ। ਅੰਮ੍ਰਿਤ ਨਾਮ
पीवो भाई अमृत नाम निधान है मिल पीवो भाई मिल पीवो भाई